मेर करो तृण ते मोहे जाहे। गरीब निवाज न दूसर तो सो। फूल शिमो हमारी प्रभु आपन। फूलनहार न कहूँ को मोसो। सेव करे तुम्हारी तिनके। शिन में तन लागत ताम भरोसो। या कल में सब काल कृपान की। भारी पुजान को भारी परोसो। सेव करे तुम्हारी तिनके। शिन में तन लागत ताम परोसो। या कल में सब काल कृपान की। भारी पुजान को भारी परोसो। सतनाम श्री वाहिगुरु साहिब जी। पातशाही दसवीं त्वै प्रसाद। चलित्र 94। दोहरा। चांदन हो के देश में प्रगट चांदपुर गाओ। बिपर एक तिह ठार है दीन दयाल तिह नाओ। चांदन हो के देश में प्रगट चांदपुर गाओ। बिपर एक तिह ठार है दीन दयाल तिह नाओ। गुरु प्यारी साध संगत जी, आप जी सरवण कर रहे हो धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦੇ ਨਾਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤ੍ਰ ਪਾਖਿਆਨ ਦੀ ਲੜੀਵਾਰ ਵਿਚਾਰ ਸੋ ਸਤਿਗੁਰੂ ਜੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦੇ ਨਾਲ ਜੋ 93 ਚਰਿਤ੍ਰ ਹਨ ਵਿਚਾਰ ਸਹਿਤ ਹੋ ਚੁੱਕੇ ਨੇ। ਸੋ ਅੱਜ ਜੋ 94 ਨੰਬਰ ਚਰਿਤ੍ਰ ਹੈ ਉਸ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਤੇ ਗਰੀਬ ਨਵਾਜ ਬਾਦਸ਼ਾਹ ਬਚਨ ਫਰਮਾ ਰਹੇ ਨੇ। ਦੋਹਰਾ। ਚਾਂਦਨ ਹੋ ਕੇ ਦੇਸ਼ ਮੈਂ ਪ੍ਰਗਟ ਚਾਂਦਪੁਰ ਗਾਓ। ਸਤਿਗੁਰੂ ਸਾਹਿਬ ਜੀ ਬਚਨ ਬਖਸ਼ਿਸ਼ ਕਰਦੇ ਨੇ ਕਿ ਚੰਦਰ ਦੇਸ਼ ਵਿੱਚ ਚਾਂਦਪੁਰ ਨਾਂ ਦਾ ਇੱਕ ਪਿੰਡ ਸੀ। ਵਿਪਰ ਏਕ ਤਿਹ ਠਾਰ ਹੈ ਦੀਨ ਦਿਆਲ ਤਿਹ ਨਾਉ। ਤੇ ਉਸ ਪਿੰਡ ਦੇ ਵਿੱਚ ਦੀਨ ਦਿਆਲ ਨਾਂ ਦਾ ਇੱਕ ਬ੍ਰਾਹਮਣ ਰਹਿੰਦਾ ਸੀ। ਚਾਉ ਪਈ ਦਿਸਨ ਦਿਸਨ ਕੀ ਇਸਤਰੀ ਆਵਹੇ ਆਏ ਵਿਪਰ ਕੋ ਸੀਸ ਝੁਕਾਵਹੇ। ਸਾਹਿਬ ਜੀ ਆਖਦੇ ਹਨ ਕਿ ਦੇਸ਼ਾਂ ਦੇਸ਼ਾਂਤਰਾਂ ਦੀਆਂ ਇਸਤਰੀਆਂ ਉਹਦੇ ਕੋਲ ਆਉਂਦੀਆਂ ਸਨ ਤੇ ਉਸ ਬਾਹਮਣ ਦੇ ਕੋਲ ਆ ਕੇ ਉਸ ਨੂੰ ਪੂਜਨੀਕ ਜਾਣ ਕਰਕੇ ਉਹਨੂੰ ਸੀਸ ਝੁਕਾਉਂਦੀਆਂ ਮੱਥੇ ਟੇਕਦੀਆਂ ਸਨ। ਸੁਭ ਬਾਣੀ ਮਿਲ ਜਹੈ ਉਚਾਰੈ ਰਤ ਪਤ ਕੀ ਅਨੁਹਾਰ ਵਿਚਾਰੈ। ਤੇ ਇਸ ਪ੍ਰਕਾਰ ਉਹਦਾ ਬ੍ਰਾਹਮਣ ਸੀ ਉਹ ਵੀ ਉਹਨਾਂ ਇਸਤਰੀਆਂ ਨੂੰ ਮਿਲ ਕਰਕੇ ਬੜੇ ਮੂੰਹ ਤੋਂ ਮਿੱਠੇ ਮਿੱਠੇ ਚੰਗੇ ਚੰਗੇ ਸ਼ੁਭ ਬਚਨ ਬੋਲਦਾ ਤੇ ਇਸਤਰੀਆਂ ਨੂੰ ਉਹ ਬ੍ਰਾਹਮਣ ਜਿਹੜਾ ਸੀ ਕਾਮਦੇਵ ਦੇ ਨਿਆਈ ਸੋਹਣਾ ਪ੍ਰਤੀਤ ਹੁੰਦਾ ਸੀ। ਉਹਦੇ ਰੂਪ ਤੋਂ ਹੀ ਪ੍ਰਭਾਵਿਤ ਹੋ ਜਾਂਦੀਆਂ ਸਨ। ਦੋਹਰਾ। ਏਕ ਨਾਰ ਤਿਹ ਠਾਹੁਤੀ ਰਤ ਸਮ ਰੂਪ ਅਪਾਰ। ਤੇ ਉਸੇ ਜਗ੍ਹਾ ਦੇ ਹੀ ਇੱਕ ਇਸਤਰੀ ਸੀ ਜੋ ਕਾਮਦੇਵ ਦੀ ਇਸਤਰੀ ਰਤੀ ਦੇ ਸਮਾਨ ਬਹੁਤ ਹੀ ਸੁੰਦਰ ਸੀ। ਸੋ ਜਾ ਪੈ ਅਟਕਤ ਭਈ ਰਤ ਪਤ ਤਾਹੇ ਬਚਾਰ। ਤੇ ਉਹ ਵੀ ਇਸਤਰੀ ਜਿਹੜੀ ਸੀ ਉਸ ਬ੍ਰਾਹਮਣ ਨੂੰ ਬਹੁਤ ਸੁੰਦਰ ਜਾਣ ਕੇ ਕਾਮਦੇਵ ਦੀ ਨਿਆਈ ਸੁੰਦਰ ਜਾਣ ਕਰਕੇ ਉਹਦੇ ਉੱਤੇ ਹੀ ਮੋਹਿਤ ਹੋ ਗਈ। ਚਾਉ ਪਈ ਕਬਹੂ ਤ੍ਰਿਯ ਤਾਕੇ ਗ੍ਰਹਿ ਆਵੈ ਕਬਹੂ ਤਿਹ ਘਰ ਭੋਲ ਪਠਾਵੈ। ਤੇ ਹੁਣ ਕਦੇ ਤਾਂ ਉਹ ਇਸਤਰੀ ਜਿਹੜੀ ਸੀ ਉਹ ਬ੍ਰਾਹਮਣ ਦੇ ਘਰ ਆ ਜਾਂਦੀ ਸੀ ਵਿਚਾਰ ਕਰਨ ਵਾਸਤੇ ਤੇ ਕਦੇ ਉਹ ਜਿਹੜਾ ਬ੍ਰਾਹਮਣ ਸੀ ਉਹਨੂੰ ਉਹ ਬੁਲਾ ਕੇ ਤਾਂ ਆਪਣੇ ਘਰ ਵਿੱਚ ਬੁਲਾ ਲੈਂਦੀ ਸੀ ਕਹਿ ਕੇ ਬੁਲਾ ਲੈਂਦੀ ਸੀ। ਏਕ ਦਿਵਸ ਦਿਨ ਕਉ ਵਹ ਆਇਓ ਤਬ ਅਬਲਾ ਇਹ ਚਰਿਤ ਦਿਖਾਇਓ। ਇੱਕ ਦਿਨ ਇਸੇ ਪ੍ਰਕਾਰ ਹੀ ਬ੍ਰਾਹਮਣ ਜਿਵੇਂ ਪਹਿਲਾਂ ਉਸ ਇਸਤਰੀ ਦੇ ਘਰ ਚਲਾ ਜਾਂਦਾ ਸੀ
इस तरह ही एक दिन वो भी दिन के समय ही उस इस्त्री के घर चला गया, पर उस इस्त्री ने एक चलित्र जड़ा छल कपट जड़ा है खेडिया है। सवैया बैठी हुती सखी मद अलीन मो, दीन दयाल सौ नेहो नवीनो। उस दिन वो इस्त्री जड़ी सी अपनी सखियां सहेलियां च बैठी हुई सी, जिस इस्त्री दा के ਉਹ ਦੀਨ ਦਿਆਲ ਨਾਂ ਦੇ ਬ੍ਰਾਹਮਣ ਦੇ ਨਾਲ ਬੜਾ ਨਿਹ ਸੀ। ਬੈਨਨ ਚਿੰਤ ਕਰੈ ਚਿਤ ਮੈਂ, ਇਤਨੈਨਨ ਪ੍ਰੀਤਮ ਕੋ ਮਨ ਲੀਨੋ। ਹੁਣ ਉਹ ਬੈਠੀ ਤਾਂ ਆਪਣੀਆਂ ਸਹੇਲੀਆਂ ਦੇ ਵਿੱਚ ਸੀ, ਜਿਸ ਵੇਲੇ ਵੇਖਿਆ ਕਿ ਬ੍ਰਾਹਮਣ ਆਇਆ ਹੈ ਤਾਂ ਹੁਣ ਉਹ ਚਾਹੁੰਦੀ ਸੀ ਕਿ ਉਹਦੇ ਨਾਲ ਕੋਈ ਮਿਲ ਕਰਕੇ ਕੋਈ ਗੱਲਬਾਤ ਕਰੇ, ਉਹਨੂੰ ਮਿਲਣਾ ਕਰੇ। ਮਨ ਵਿੱਚ ਵੀ ਉਹਦੇ ਇਹੀ ਦੀਨ ਦਿਆਲ ਬ੍ਰਾਹਮਣ ਦਾ ਹੀ ਧਿਆਨ ਟਿਕਿਆ ਹੋਇਆ ਸੀ, ਉਹਦੇ ਪ੍ਰਤੀ ਹੀ ਮਨ ਖਿੱਚਿਆ ਜਾ ਰਿਹਾ ਸੀ। ਨੈਣ ਕੇ ਕਾਲ ਕਬੀ ਚਲ ਦੇਖ, ਸੋ ਸੁੰਦਰ ਕਹਤ ਤੈਬੇ ਕੋ ਕੀਨੋ। ਤੇ ਹੁਣ ਕਿਉਂਕਿ ਉਹ ਸਖੀਆਂ ਸਹੇਲੀਆਂ ਵਿੱਚ ਬੈਠੀ ਹੋਈ ਉੱਠ ਕੇ ਜਾ ਵੀ ਨਹੀਂ ਸਕਦੀ ਸੀ, ਆਪਣੇ ਆਪ ਦਾ ਤੇ ਬ੍ਰਾਹਮਣ ਦਾ ਇਸ ਗੱਲੋਂ ਬਚਾਅ ਕਰਨ ਵਾਸਤੇ ਉਹ ਚਿੱਤਰ ਜਿਹਾ ਖੇਡਿਆ ਕਿ ਉਸਨੇ ਆਪਣੇ ਨਿਗਾਹ ਦੇ ਨਾਲ, ਜਿਸ ਅੱਖ ਦੇ ਵਿੱਚ ਉਸਨੇ ਬਹੁਤ ਹੀ ਕਾਲੇ ਰੰਗ ਦਾ ਸੁਰਮਾ ਜਿਹੜਾ ਹੀ ਪਾਇਆ ਹੋਇਆ ਸੀ, ਬਹੁਤ ਹੀ ਸੰਘਣਾ ਕਰਕੇ ਆਪਣੀ ਅੱਖਾਂ ਦੇ ਨਾਲ ਹੀ ਚੰਚਲ ਜਿਹੀ ਦੇਖਣੀ ਦੇ ਨਾਲ ਬ੍ਰਾਹਮਣ ਦੇ ਵੱਲ ਵੇਖਿਆ ਹੈ ਤੇ ਅੱਖ ਦੇ ਇਸ਼ਾਰੇ ਨਾਲ ਹੀ ਉਸਨੂੰ ਇਸ਼ਾਰਾ ਕਰ ਦਿੱਤਾ ਹੈ। ਹੀ ਲਕ ਪਾਏ ਜੁਬਾਏ ਲਈ ਚੁਟਕੀ ਚਟਕਾਏ ਵਿਦਾ ਕਰ ਦੀਨੋ। ਤੇ ਉਸਨੇ ਆਪਣੇ ਮੂੰਹ ਦੇ ਨਾਲ ਆਵਾਸੀ ਜਹੀ ਲਈ ਤੇ ਹੱਥ ਦੇ ਨਾਲ ਚੁਟਕੀ ਜਹੀ ਵਜਾ ਕਰਕੇ ਬ੍ਰਾਹਮਣ ਹੱਥ ਦੇ ਨਾਲ ਚੁਟਕੀ ਜਹੀ ਵਜਾ ਕਰਕੇ ਤੇ ਬ੍ਰਾਹਮਣ ਨੂੰ ਇਸ਼ਾਰਾ ਜਿਹਾ ਕਰਕੇ ਤੋਰ ਦਿੱਤਾ ਹੈ ਕਿ ਹੁਣ ਸਮਾਂ ਜਿਹੜਾ ਸਾਡੇ ਮਿਲਣ ਦਾ ਯੋਗ ਨਹੀਂ ਹੈ, ਕਿਉਂਕਿ ਸਾਡੀ ਜਿਹੜੀ ਸੱਚਾਈ ਹੈ ਇਹਨਾਂ ਦੇ ਸਾਹਮਣੇ ਆ ਜਾਵੇਗੀ, ਇਸ ਕਰਕੇ ਤੁਸੀਂ ਇੱਥੋਂ ਚਲੇ ਜਾਵੋ। ਇਵੇਂ ਇਸ਼ਾਰਾ ਜਿਹਾ ਬਣਾ ਕਰਕੇ ਚਰਿੱਤਰ ਜਿਹਾ ਖੇਡ ਕਰਕੇ ਆਸੇ ਪਾਸੇ ਦੀਆਂ ਇਸਤਰੀਆਂ ਨੂੰ ਇਸ ਗੱਲ ਦਾ ਕੋਈ ਭੇਦ ਪਤਾ ਨਹੀਂ ਚੱਲਿਆ। ਤਿਵੇਂ ਉਸ ਇਸਤਰੀ ਨੇ ਚਰਿੱਤਰ ਖੇਡ ਕਰਕੇ ਉਸ ਬ੍ਰਾਹਮਣ ਨੂੰ ਵਿਦਾ ਕਰ ਦਿੱਤਾ ਹੈ। ਸੋ ਚਰਿੱਤਰ ਦੀ ਸਮਾਪਤੀ ਕਰਦੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 94ਵਾਂ ਚਰਿੱਤਰ ਸਮਾਪਤ ਸਤ ਸੁਭਮ ਸਤ ਅਫਜੂ। ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਸ਼੍ਰੀ ਚਰਿੱਤਰ ਪਾਖਿਆਨ ਦੇ ਤ੍ਰਿਆ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 94ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰ ਪਾਖਿਆਨ ਦੇ ਤ੍ਰਿਆ ਚਰਿੱਤਰ ਦਾ 94 ਨੰਬਰ ਦਾ ਚਰਿੱਤਰ, ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅਤੇ ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਸ ਚਰਿੱਤਰ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਐਸੀ ਇਸਤਰੀ ਦੇ ਪ੍ਰਸੰਗ ਨੂੰ ਵਿਸਥਾਰ ਦੇ ਸਹਿਤ ਖੋਲਿਆ ਹੈ, ਇੱਕ ਇਸਤਰੀ ਦੇ ਛਲ ਕਪਟ ਦਾ ਭੇਦ ਖੋਲਿਆ ਹੈ, ਜਿਹੜੀਆਂ ਇਸਤਰੀਆਂ ਦੇ ਬਾਬਤ ਸਤਿਗੁਰੂ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਮਨ ਮੁਖੀ ਦੁਹਾਗਣ ਨਾਹੀਂ ਭਿਓ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ ਨੇ, ਜੋ ਮਨਮੁਖੀਆਂ ਦੁਹਾਗਣਾ ਇਸਤਰੀਆਂ ਹਨ। ਦੁਹਾਗਣ ਉਹ ਨਹੀਂ ਕਹੀ ਜਾਂਦੀ ਕਿ ਜਿਹਦੇ ਸਿਰ ਦੇ ਉੱਪਰ ਪਤੀ ਦਾ ਸਾਇਆ ਨਾ ਹੋਵੇ। ਦੁਹਾਗਣ ਉਹ ਇਸਤਰੀ ਜੋ ਆਪਣੇ ਪਤੀ ਨੂੰ ਛੱਡ ਕੇ, ਆਪਣੇ ਪਤੀ ਦੇ ਪ੍ਰੇਮ ਨੂੰ ਛੱਡ ਕੇ ਕਿਸੇ ਹੋਰ ਪਰਾਏ ਮਰਦ ਦੇ ਨਾਲ ਵਿਚਾਰ ਕਰਦੀ ਹੈ, ਨੇਹ ਲਗਾਉਂਦੀ ਹੈ, ਕਾਮ ਵਾਸਨਾ ਅਧੀਨ ਹੋ ਕਰਕੇ, ਉਹ ਇਸਤਰੀ ਨੂੰ ਮਹਾਰਾਜ ਨੇ ਗੁਰਬਾਣੀ ਅੰਦਰ ਦੁਹਾਗਣ ਆਖਿਆ ਹੈ। ਉਹ ਦੁਹਾਗਣ ਹੈ ਜਿਸਨੇ ਆਪਣੇ ਪਤੀ ਦੇ ਪ੍ਰੇਮ ਨੂੰ, ਪਤੀ ਦੇ ਭਾਵ ਨੂੰ ਜਾਣਿਆ ਹੀ ਨਹੀਂ, ਉਹਦਾ ਸਤਿਕਾਰ ਕਰਨਾ ਜਾਣਿਆ ਹੀ ਨਹੀਂ, ਪਤੀ ਧਰਮ ਨਿਭਾਉਣਾ ਜਾਣਿਆ ਹੀ ਨਹੀਂ। ਐਸੀਆਂ ਇਸਤਰੀਆਂ ਫਿਰ ਭਗਤ ਕਬੀਰ ਜੀ ਵੀ ਆਪਣੇ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ, ਬਚਨਾਂ ਰਾਹੀਂ ਉਪਦੇਸ਼ ਕਰਦੇ ਹਨ ਭਗਤ ਕਬੀਰ ਜੀ ਕਿ ਖਸਮ ਦੁਹਾਗਣ ਤਜ ਔਹੇਰੀ। ਉਹ ਦੁਹਾਗਣ ਇਸਤਰੀ ਹੁੰਦੀ ਹੈ, ਉਹ ਆਪਣੇ ਪਤੀ ਦਾ ਸਾਥ ਛੱਡ ਦਿੰਦੀ ਹੈ ਤੇ ਹੋਰ ਪਰਾਇਆ ਮਰਦਾਂ ਵੱਲ ਕਾਂ ਵਾਸਨਾ ਦੇ ਅਧੀਨ ਹੋ ਕਰਕੇ ਝਾਕ ਰੱਖਦੀ ਹੈ, ਬੁਰੇ ਕਰਮ ਕਰਨ ਵਾਸਤੇ, ਮੰਦ ਕਰਮ ਕਰਨ ਵਾਸਤੇ। ਸੋ ਐਸੀਆਂ ਇਸਤਰੀਆਂ ਕਿਵੇਂ ਛਲ ਕਪਟ ਕਰਦੀਆਂ ਹਨ, ਕਿਵੇਂ ਪਰਾਏ ਮਰਦਾਂ ਦੇ ਨਾਲ ਵਿਚਾਰ ਕਰਦੀਆਂ ਫਿਰਦੀਆਂ ਹਨ। ਐਸੀ ਹੀ ਇਸਤਰੀ ਦਾ ਚਰਿੱਤਰ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਇਸ ਚਰਿੱਤਰ ਵਿੱਚ ਖੋਲ ਕਰਕੇ ਦਰਸਾਇਆ ਹੈ। ਤੇ ਫਿਰ ਨਾਲ ਹੀ ਕਿ ਉਹ ਬ੍ਰਾਹਮਣ ਜਿਹੜਾ ਜਿਸਨੂੰ ਕਿ ਇਸਤਰੀਆਂ ਜਿਹੜੀਆਂ ਸਨ
ਪੂਜਨੀਕ ਸਮਝ ਕਰਕੇ ਮੱਥਾ ਟੇਕਦੀਆਂ ਸਨ। ਇਹ ਬ੍ਰਾਹਮਣ ਹੈ, ਇਹ ਧਰਮ ਦਾ ਉਪਦੇਸ਼ ਕਰਦਾ ਹੈ। ਅਸਲ ਦੇ ਵਿੱਚ ਉਹ ਖੁਦ ਹੀ ਆਚਰਣਹੀਨ ਸੀ, ਖੁਦ ਹੀ ਜੀਵਨ ਉਹਦਾ ਗਿਰਿਆ ਹੋਇਆ ਸੀ। ਜਿਸ ਦਾ ਆਪਣਾ ਜੀਵਨ ਗਿਰਿਆ ਹੋਇਆ ਹੋਵੇ ਉਹ ਕਿਸੇ ਨੂੰ ਭਲਾ ਉਪਦੇਸ਼ ਕੀ ਕਰ ਸਕਦਾ ਹੈ। ਇਸ ਰਾਹੀਂ ਮਹਾਰਾਜ ਜੀ ਨੇ ਸਾਨੂੰ ਅਜੋਕੇ ਸਮੇਂ ਦੇ ਵਿੱਚ ਵੀ ਇਹੀ ਸਮਾਂ ਬਣਿਆ ਹੋਇਆ ਹੈ ਕਿ ਜਿਨ੍ਹਾਂ ਦੇ ਕੋਲ ਅਸੀਂ ਆਪ ਧਰਮ ਦਾ ਉਪਦੇਸ਼ ਲੈਣ ਜਾਂਦੇ ਹਾਂ, ਅਸੀਂ ਸੋਸ਼ਲ ਮੀਡੀਆ ਤੇ ਐਸੇ ਲੋਕਾਂ ਦੀਆਂ ਜੋ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਢੋਂਗੀ ਬਣ ਬੈਠਦੇ ਹਨ, ਧਰਮ ਦੇ ਠੇਕੇਦਾਰ ਬਣ ਬੈਠਦੇ ਹਨ, ਉਹਨਾਂ ਅਸਲੀ ਕਰਤੂਤ ਕੀ ਹੁੰਦੀ ਹੈ ਉਹ ਸਮਾਂ ਪਾਉਣ ਤੇ ਟੀਵੀ ਤੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਹੀ ਜਾਂਦਾ ਹੈ। ਜੇਕਰ ਅੱਜ ਐਸੇ ਲੋਕ ਹਨ ਜੋ ਧਰਮ ਦੇ ਨਾਂ ਦੇ ਉੱਪਰ ਪਖੰਡ ਕਰਦੇ ਹਨ, ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਉਂਦੇ ਹਨ, ਪਰ ਆਪਣਾ ਜੀਵਨ ਉਹਨਾਂ ਦਾ ਅਤ ਨੀਚ ਹੁੰਦਾ ਹੈ, ਅਤ ਗਿਰਿਆ ਹੁੰਦਾ ਹੈ, ਜਿਹੜਾ ਕਿ ਸਮਾਂ ਪਾਉਣ ਸਭ ਕੁਝ ਪਤਾ ਲੱਗ ਜਾਂਦਾ ਹੈ। ਤੇ ਐਸੇ ਹੀ ਆਚਰਣਹੀਨ ਲੋਕ ਪਰ ਧਰਮ ਦੇ ਨਾਂ ਤੇ ਢੋਂਗ ਕਰਨ ਵਾਲੇ, ਪਖੰਡ ਕਰਨ ਵਾਲੇ ਉਸ ਸਮੇਂ ਵਿੱਚ ਵੀ ਸਨ। ਇਸੇ ਕਰਕੇ ਮਹਾਰਾਜ ਜੀ ਨੇ ਐਸੇ ਲੋਕਾਂ ਦੇ ਪੂਰੇ ਵਿਸਥਾਰ ਸਹਿਤ ਬੋਲ ਖੋਲੇ ਹਨ ਕਿ ਖਾਲਸੇ ਨੇ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਹੈ ਤੇ ਆਪਣਾ ਵਿਸ਼ਵਾਸ ਕੇਵਲ ਇੱਕ ਵਾਹਿਗੁਰੂ ਤੇ ਬਣਾ ਕੇ ਰੱਖਣਾ ਹੈ ਤੇ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ, ਕਿਸੇ ਬੰਦੇ ਦੀ ਓਟ ਨਹੀਂ ਲੈਣੀ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਮਨੁੱਖ ਦੀ ਟੇਕ ਬਿਰਥ ਕਰਕੇ ਜਾਣਨੀ ਹੈ। ਆਪਣੇ ਮਨ ਦੇ ਵਿੱਚ ਭਾਵ, ਪ੍ਰੇਮ, ਆਸ, ਆਪਣੇ ਅੰਦਰ ਦੀ ਜੋ ਵੀ ਲਗਨ ਹੈ, ਵਿਸ਼ਵਾਸ ਹੈ, ਪਿਆਰ ਹੈ, ਉਹ ਇੱਕ ਪਰਮਾਤਮਾ ਤੇ ਹੀ ਟਿਕਾ ਕੇ ਰੱਖਣਾ ਹੈ। ਸੋ ਪਿਆਰੀ ਸਾਧ ਸੰਗਤ ਜੀ, ਦੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਹਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮੱਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।